ਜਿਹੜੀ ਤੁਸੀਂ ਇੱਕਦਮ ਆਏ ਇਸ ਪ੍ਰੈਸ ਨੂੰ ਕਵਰ ਕਰਨ ਲਈ। ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਆਪ ਸਭ ਨੂੰ ਜਿੱਥੇ ਤੱਕ ਪਤਾ ਹੀ ਹੈ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਫਰੈਸ਼ ਵੋਟਰ ਲਿਸਟ ਨੂੰ ਲੈ ਕੇ ਜਨਵਰੀ ਦੇ ਵਿੱਚ ਅਸੀਂ 2025 ਦੇ ਵਿੱਚ ਕੇਸ ਫਾਈਲ ਕੀਤਾ ਸੀ। ਹਾਲਾਂਕਿ ਮਾਮਲਾ ਜਿਹੜਾ ਪੈਂਡਿੰਗ ਹੈ ਉਹ ਪਿਛਲੇ 15-20 ਸਾਲ ਤੋਂ ਪੈਂਡਿੰਗ ਹੈ, ਜਿਸ ਦੇ ਵਿੱਚ ਲੋਅਰ ਕੋਰਟ ਨੇ, ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਟਾਈਮ ਬਾਈ ਕਈ ਵਾਰੀ ਕਈ ਤਰ੍ਹਾਂ ਦੇ ਆਰਡਰਸ ਪਾਸ ਕੀਤੇ। ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਨਾ ਦਿੱਲੀ ਸਰਕਾਰ ਨੇ ਤੇ ਨਾ ਡਾਇਰੈਕਟਰ ਗੁਰਦੁਆਰਾ ਨੇ ਉਹਨਾਂ ਆਰਡਰ ਨੂੰ ਕੰਪਲਾਈਂਸ ਕਰਨ ਦੀ ਕੋਈ ਕੋਸ਼ਿਸ਼ ਕੀਤੀ ਜਾਂ ਉਹਦੇ ਵੱਲ ਕੋਈ ਤਵੱਜੋ ਦਿੱਤੀ। ਹਾਲਾਤ ਕਈ ਵਾਰੀ ਇਸ ਤਰ੍ਹਾਂ ਦੇ ਵੀ ਬਣੇ ਕਿ ਡਾਇਰੈਕਟਰ ਗੁਰਦੁਆਰਾ ਦੇ ਖਿਲਾਫ ਕੋਰਟ ਨੂੰ ਕੰਟੈਂਪਟ ਵੀ ਲਗਾਉਣੀ ਪਈ, ਬਟ ਅੱਗੋਂ ਉਹ ਵੀ ਦਿੱਲੀ ਸਰਕਾਰ ਕਹਿ ਲਓ, ਡਾਇਰੈਕਟਰ ਗੁਰਦੁਆਰੇ ਕਹਿ ਲਓ, ਇੰਨੇ ਢੀਠ ਕਿ ਉਹਨਾਂ ਨੇ ਡਾਇਰੈਕਟਰ ਦੀ ਟ੍ਰਾਂਸਫਰ ਕਰਤੀ ਜਦੋਂ ਕੰਟੈਂਪਟ ਲੱਗੀ ਤੇ ਮਤਲਬ ਕੰਮ ਨਹੀਂ ਕਰਨਾ, ਬਾਕੀ ਸਾਰੇ ਰਸਤੇ ਉਹਨਾਂ ਨੇ ਦੇਖੇ ਹੋਏ ਨੇ। ਤੇ ਕਹਿਣ ਦਾ ਮਤਲਬ ਉਹ ਪਟੀਸ਼ਨਸ ਜਿਹੜੀਆਂ 2021 ਨੂੰ ਚੁਣਾਵ ਤੋਂ ਬਾਅਦ ਜਿਹੜੀ ਪਾਰਟੀਆਂ ਨੇ ਪਟੀਸ਼ਨਸ ਪਾਈਆਂ ਸੀ, ਚੂੰਕਿ ਉਹ ਪਾਰਟੀਆਂ ਨੇ ਅੱਗੇ ਉਸ ਪਟੀਸ਼ਨ ਨੂੰ ਅੱਗੋਂ ਪੂਰਾ ਫਾਲੋਅਪ ਨਹੀਂ ਕੀਤਾ ਤੇ ਸਰਕਾਰ ਤਾਂ ਪਹਿਲਾਂ ਹੀ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦੀ ਸੀ, ਨੀਅਤ ਸਰਕਾਰ ਦੀ ਪਹਿਲਾਂ ਹੀ ਮਾੜੀ ਸੀ ਤੇ ਸਰਕਾਰ ਨੇ ਉਹ ਜਦੋਂ ਕੋਈ ਕਿਸੇ ਨੇ ਫਾਲੋਅਪ ਨਹੀਂ ਕੀਤਾ ਤੇ ਕੋਰਟ ਨੇ ਡਿਸਮਿਸ ਇਨ ਡਿਫਾਲਟ ਕਰਕੇ ਉਹ ਕੇਸ ਨੂੰ ਖਤਮ ਕਰਤਾ। ਪਰ ਉਸ ਦੇ ਵਿੱਚ ਸਭ ਤੋਂ ਜਿਹੜੀ ਹੈਰਾਨਗੀ ਵਾਲੀ ਗੱਲ ਉਹ ਹੈਗੀ ਹੈ ਕਿ 12 ਅਕਤੂਬਰ ਸਨ 2020 ਨੂੰ ਪਹਿਲਾਂ ਤਾਂ ਕਈ ਤਰ੍ਹਾਂ ਦੇ ਕਈ ਆਰਡਰ ਹੋਏ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਔਰ ਹਰ ਵਾਰੀ ਦਿੱਲੀ ਸਰਕਾਰ ਨੇ, ਡਾਇਰੈਕਟਰ ਗੁਰਦੁਆਰਾ ਨੇ ਐਫੀਡੇਵਿਟ ਫਾਈਲ ਕੀਤੇ, ਕਦੇ ਅਸੀਂ 4 ਮਹੀਨੇ 'ਚ ਕਰ ਦਾਂਗੇ, ਅਸੀਂ 6 ਮਹੀਨੇ 'ਚ ਕਰ ਦਾਂਗੇ, ਕਦੇ 4.5 ਮਹੀਨੇ 'ਚ ਕਰ ਦਾਂਗੇ ਕਿ ਇਹ ਜਿਹੜਾ ਫਰੈਸ਼ ਇਲੈਕਟੋਰਲ ਦਾ ਕੰਮ ਹੈ ਅਸੀਂ ਪੂਰਾ ਕਰਕੇ ਔਰ ਜਿਹੜਾ ਨਵਾਂ ਇਲੈਕਸ਼ਨ ਹੈ ਅਸੀਂ ਉਸ ਫਰੈਸ਼ ਇਲੈਕਟੋਰਲ ਰੋਲ ਤੇ ਕਰਾਵਾਂਗੇ। ਬਟ ਇਹ ਸਿਰਫ ਕੀਤਾ ਕਦੇ ਨਹੀਂ। ਲਾਸਟ ਆਰਡਰ ਜਿਹੜਾ 12 ਅਕਤੂਬਰ 2020 ਦੇ ਵਿੱਚ ਕਰੋਨਾ ਦੇ ਟਾਈਮ ਪਾਸ ਹੋਇਆ, ਉਸ ਟਾਈਮ ਕਰੋਨਾ ਦੇ ਵਿੱਚ ਦਿੱਲੀ ਸਰਕਾਰ ਨੇ ਇਹ ਪਲੀ ਲਈ ਕੋਰਟ ਦੇ ਵਿੱਚ ਕਿ ਚੂੰਕਿ ਕਰੋਨਾ ਹੈ ਤੇ ਜਿਹੜਾ ਵੋਟਰ ਉਹ ਬਾਹਰ ਨਹੀਂ ਨਿਕਲ ਰਿਹਾ ਤੇ ਇਸ ਕਰਕੇ ਫਰੈਸ਼ ਵੋਟ ਨਹੀਂ ਬਣ ਸਕਦੀ ਤੇ ਸਾਨੂੰ ਪੁਰਾਣੀ ਵੋਟਰ ਲਿਸਟ ਨੂੰ ਹੀ ਰਿਵਾਈਜ਼ ਵੋਟਰ ਲਿਸਟ ਦੇ ਉੱਤੇ ਇਲੈਕਸ਼ਨ ਕਰਾਉਣ ਦੀ ਪਰਮਿਸ਼ਨ ਦਿੱਤੀ ਜਾਏ। ਬਟ ਨਾਲ ਉਹਨਾਂ ਨੇ ਅੰਡਰਟੇਕਿੰਗ ਦਿੱਤੀ, ਐਫੀਡੇਵਿਟ ਦਿੱਤਾ ਕਿ ਅਸੀਂ ਆਫਟਰ ਇਲੈਕਸ਼ਨ ਵਿਦਿਨ 9 ਮੰਥ ਇਸ ਫਰੈਸ਼ ਰੋਲ ਦਾ ਕੰਮ ਪੂਰਾ ਕਰ ਲਵਾਂਗੇ ਔਰ ਜਿਹੜਾ 2021 ਤੋਂ ਬਾਅਦ 25 ਚੁਣਾਵ ਆਏਗਾ ਉਹ ਇਸ ਫਰੈਸ਼ ਇਲੈਕਟੋਰਲ ਰੋਲ ਤੇ ਹੀ ਹੋਏਗਾ। ਪਰ ਜਨਵਰੀ 2025 ਇਲੈਕਸ਼ਨ ਹੋਣ ਦੇ 3 ਸਾਲ 9 ਮਹੀਨੇ ਬਾਅਦ ਹੀ, ਜਿਹੜਾ ਕਿ ਡਾਇਰੈਕਟਰ ਗੁਰਦੁਆਰਾ ਔਰ ਦਿੱਲੀ ਸਰਕਾਰ ਨੇ ਕੁੱਲ 9 ਮਹੀਨੇ ਕਿਹਾ ਸੀ, ਜਦੋਂ ਅਸੀਂ ਦੇਖਿਆ ਕਿ 3 ਸਾਲ 9 ਮਹੀਨੇ ਹੋ ਗਏ ਨੇ ਔਰ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ ਉਹਦੇ 2 ਜਾਂ 4 ਜਾਂ 5 ਮਹੀਨੇ ਬੈਲੈਂਸ ਰਹਿ ਰਹੇ ਨੇ, ਕਿਉਂਕਿ ਅਗਸਤ 2025 ਜਨਰਲ ਇਲੈਕਸ਼ਨ ਦੀ ਜਿਹੜੀ ਡੇਟ ਹੈ ਉਹ ਇਲੈਕਸ਼ਨ ਡਿਊ ਹੈ। ਜਦੋਂ ਅਸੀਂ ਦੇਖਿਆ ਕਿ ਇਹਦੇ ਤੇ ਕਿਸੇ ਤਰ੍ਹਾਂ ਦੀ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਦਿੱਲੀ ਵਿੱਚ ਕਿੰਨਾ ਸਿੱਖ ਵੋਟਰ ਉਹਦੀ ਪੋਪੂਲੇਸ਼ਨ ਨਿਕਲ ਕੇ ਬਾਹਰ ਨਹੀਂ ਆਈ, ਦਿੱਲੀ ਵਿੱਚ ਉਹ ਸਿੱਖ ਜਿਨ੍ਹਾਂ ਦਾ ਵੋਟਰ ਲਿਸਟ ਦੇ ਵਿੱਚ ਨਾਮ ਐਡ ਨਹੀਂ ਹੈ, ਗੁਰਦੁਆਰਾ ਪ੍ਰਬੰਧ ਦੇ ਵਿੱਚ ਇੱਕ ਅੱਛਾ ਆਪਣਾ ਜਿਹੜਾ ਯੋਗਦਾਨ ਦੇ ਸਕਦੇ ਨੇ ਉਹ ਯੋਗਦਾਨ ਉਹਨਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਦੇ ਨਾਮ ਵਿੱਚ ਨਹੀਂ ਨੇ, ਫਰੈਸ਼ ਵੋਟਰ ਲਿਸਟ ਨਹੀਂ ਬਣੀ, ਐਕਚੁਅਲ ਪੋਪੂਲੇਸ਼ਨ ਕਿੰਨੀ ਹੈ ਔਰ ਖਾਲੀ ਇੱਥੇ ਹੀ ਨਹੀਂ ਹੈ, ਉਸ ਅਲੱਗ ਜਿਹੜੀ ਸਿੱਖਾਂ ਦੀ ਅਸਲੀ ਪੋਪੂਲੇਸ਼ਨ ਨਿਕਲ ਕੇ ਬਾਹਰ ਆਏ ਉਸ ਨੂੰ ਲੈ ਕੇ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਬੈਨੀਫਿਟਸ ਹੁੰਦੇ ਨੇ, ਕਈ ਤਰ੍ਹਾਂ ਦੀ ਸਕੀਮਸ ਹੁੰਦੀਆਂ ਨੇ ਜਿਹੜੀ ਮਾਈਨੋਰਟੀਜ਼ ਨੂੰ ਮਿਲਦੀਆਂ ਨੇ। ਤੇ ਮੈਂ ਸਮਝਦਾ ਕਿਸੇ ਕਮਿਊਨਿਟੀ ਉਹਨਾਂ ਚੀਜ਼ਾਂ ਤੋਂ ਵੀ ਵਾਂਝੇ ਰਹਿ ਰਹੀ ਹੈ। ਮੰਨ ਲਓ ਸਾਡੀ ਅਗਰ ਗਿਣਤੀ ਹੈਗੀ 5 ਲੱਖ ਤੇ ਲਿਸਟ ਹੀ ਸ਼ੋ ਹੋ ਰਹੀ ਹੈ 3 ਲੱਖ, ਤੇ ਮੈਂ ਸਮਝਦਾ ਕਿ ਸਰਕਾਰ ਦੇ ਉੱਤੇ ਹਰ ਉਸ ਚੀਜ਼ ਦਾ ਪ੍ਰਭਾਵ ਪੈਂਦਾ ਹੈ ਕਿ ਇਹ ਮਾਈਨੋਰਟੀ ਦੇ ਵਿੱਚ ਇੰਨੀ ਪੋਪੂਲੇਸ਼ਨ ਹੈ ਤੇ ਇਹਨਾਂ ਨੂੰ ਇਸ ਤਰ੍ਹਾਂ ਦੀ ਫੈਸਿਲਿਟੀਆਂ ਦਿੱਤੀਆਂ ਜਾਣ। ਤੇ ਕਈ ਐਸੀਆਂ ਗੱਲਾਂ ਸੀ ਜਿਹੜੀਆਂ ਇਹਨਾਂ ਚੀਜ਼ਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਸੀ। ਇਲੈਕਸ਼ਨ ਤੇ ਇੱਕ ਅਲੱਗ ਮੈਟਰ ਹੈ ਹੀ ਹੈ, ਬਟ ਐਨੀ ਹਾਊ ਕੁੱਲ ਮਿਲਾ ਕੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸਨ 2020 ਦੇ ਵਿੱਚ ਐਫੀਡੇਵਿਟ ਫਾਈਲ ਕੀਤਾ ਗਿਆ ਕਿ ਅਸੀਂ ਆਫਟਰ ਇਲੈਕਸ਼ਨ ਵਿਦਿਨ 9 ਮੰਥ ਇਸ ਫਰੈਸ਼ ਇਲੈਕਟੋਰਲ ਦਾ ਕੰਮ ਪੂਰਾ ਕਰ ਲਵਾਂਗੇ ਔਰ ਸਨ 2025 ਅਗਸਤ ਦੇ ਵਿੱਚ ਜਿਹੜਾ ਚੁਣਾਵ ਹੈ ਉਸੇ ਵੋਟਿੰਗ ਦੇ ਉੱਤੇ, ਉਸ ਵੋਟਰ ਲਿਸਟ ਦੇ ਉੱਤੇ ਹੋਏਗਾ। ਉਹ ਬਿਲਕੁਲ ਨਹੀਂ ਹੋਇਆ। ਔਰ ਮਜ਼ੇ ਦੀ ਗੱਲ ਤਾਂ ਹੈਗੀ ਕਿ ਉਸ ਟਾਈਮ ਜਿਹੜਾ ਉਹਨਾਂ ਨੇ ਸ਼ੈਡਿਊਲ ਦਿੱਤਾ ਸੀ ਉਹ 4.5 ਮਹੀਨੇ ਦਾ ਦਿੱਤਾ ਸੀ, ਜਿਹੜਾ ਇਸ ਮਤਲਬ ਆਰਡਰ ਸ਼ੀਟ ਦੇ ਵਿੱਚ ਦਰਜ ਹੈ। ਮੈਂ ਤੁਹਾਨੂੰ ਦਿਖਾਵਾਂਗਾ ਇਹ 9 ਪੰਨੇ ਦਾ ਜਿਹੜਾ ਆਰਡਰ ਹੈ ਆਪਣਾ ਜੱਜ ਸਾਹਿਬ ਨੇ ਕੀਤਾ ਤੇ ਉਹਦੇ ਵਿੱਚ ਮੈਂ ਮੇਨ ਇਸ ਗੱਲ ਦੇ ਉੱਤੇ ਫੋਕਸ ਦੁਬਾਰਾ ਆ ਰਿਹਾ ਕਿ ਜਦੋਂ 23 ਜਨਵਰੀ ਨੂੰ ਅਸੀਂ ਇਸ ਕੋਰਟ ਕੇਸ ਨੂੰ ਕੀਤਾ ਤੇ ਉਸ ਤੋਂ ਬਾਅਦ ਨੋਟਿਸ ਇਸ਼ੂ ਹੋਇਆ ਡਾਇਰੈਕਟਰ ਗੁਰਦੁਆਰਾ ਨੂੰ ਕਿ ਵਿਦਿਨ 2 ਵੀਕ ਦੇ ਅੰਦਰ ਡਾਇਰੈਕਟਰ ਗੁਰਦੁਆਰਾ ਦੇ ਆਪਣਾ ਜਵਾਬ ਫਾਈਲ ਕਰੇ। ਮਜ਼ੇ ਦੀ ਗੱਲ ਕਿ ਡਾਇਰੈਕਟਰ ਗੁਰਦੁਆਰਾ ਨੇ ਉਸ ਨੋਟਿਸ ਦਾ ਕੋਈ ਮਤਲਬ ਪਰਵਾਹ ਨਹੀਂ ਕੀਤੀ, ਉਹਦਾ ਕੋਈ ਜਵਾਬ ਨਹੀਂ ਦਿੱਤਾ। ਔਰ ਮਜ਼ੇ ਦੀ ਗੱਲ ਇਸ ਵਿਚਕਾਰ ਅਸੈਂਬਲੀ ਇਲੈਕਸ਼ਨ ਹੋ ਜਾਂਦੇ ਨੇ। ਅਸੈਂਬਲੀ ਇਲੈਕਸ਼ਨ ਦੇ ਵਿੱਚ ਜਦੋਂ ਦੁਬਾਰਾ ਕੋਰਟ ਲੱਗਦੀ ਹੈ ਤੇ ਕੋਰਟ ਨੂੰ ਕਹਿ ਦਿੱਤਾ ਜਾਂਦਾ ਕਿ ਜਿਹੜੇ ਵਕੀਲ ਸਾਹਿਬ ਪਿਛਲੀ ਡੇਟ ਦੇ ਉੱਤੇ ਆਏ ਸੀ ਉਹਨਾਂ ਦਾ ਟ੍ਰਾਂਸਫਰ ਹੋ ਗਿਆ ਜੀ, ਮਤਲਬ ਉਹਨਾਂ ਨੂੰ ਇਸ ਪੈਨਲ ਤੋਂ ਬਾਹਰ ਕੱਢਤਾ ਤੇ ਹੁਣ ਦੂਜੇ ਵਕੀਲ ਸਾਹਿਬ ਆਣਗੇ। ਇੱਕ ਨਵੀਂ ਟੈਕਟਿਕਸ ਕਿ ਕਿਸੇ ਤਰੀਕੇ ਵੀ ਕੰਮ ਨੂੰ ਡਿਲੇ ਕੀਤਾ ਜਾਏ, ਕੰਮ ਨੂੰ ਲਟਕਾਇਆ ਜਾਏ, ਸਭ ਕੁਝ ਕੀਤਾ ਜਾਏ। ਬਟ ਜੱਜ ਸਾਹਿਬ ਉਹਦੇ ਤੇ ਸਖਤ ਸੀ, ਉਹਨਾਂ ਨੇ ਉਸ ਗੱਲ ਦੇ ਉੱਤੇ ਕਿਹਾ ਕਿ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ, ਕੋਈ ਚੇਂਜ ਹੋਵੇ ਕੋਈ ਕੁਝ ਹੋਵੇ। ਉਹਨਾਂ ਨੇ ਕਿਹਾ ਕਿ ਨੈਕਸਟ ਡੇਟ ਦੇ ਉੱਤੇ ਅਗਰ ਤੁਸੀਂ ਇਸ ਜਵਾਬ ਨੂੰ ਜਾਂ ਆਪਣਾ ਸ਼ੈਡਿਊਲ ਫਾਈਲ ਨਹੀਂ ਕੀਤਾ ਤੇ ਤੁਹਾਨੂੰ 10,000 ਰੁਪਏ ਦੀ ਕਾਸਟ ਲੱਗੇਗੀ। ਉਹ ਵੀ ਆਰਡਰ ਸ਼ੀਟ ਹੈਗੀ ਹੈ, ਮੈਂ ਤੁਹਾਨੂੰ ਦੇ ਦਾਂਗਾ। ਇਸ ਤੋਂ ਪਿਛਲੀ ਡੇਟ ਦੇ ਉੱਤੇ ਉਹ ਕਾਸਟ ਉਹਨਾਂ ਨੇ 10,000 ਰੁਪਏ ਦੀ ਲਗਾਈ ਸੀ। ਹੁਣ ਜਦੋਂ ਕਾਸਟ ਲੱਗ ਗਈ ਦਿੱਲੀ ਸਰਕਾਰ ਦੇ ਉੱਤੇ, ਡਾਇਰੈਕਟਰ ਗੁਰਦੁਆਰਾ ਦੇ ਉੱਤੇ, ਤਾਂ ਮਜਬੂਰੀ ਉਹਨਾਂ ਨੂੰ ਇੱਕ ਸ਼ੈਡਿਊਲ ਫਾਈਲ ਕਰਨਾ ਪਿਆ
ਕੋਰਟ ਦੇ ਵਿੱਚ ਕਿ ਅਸੀਂ ਇਹ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ 2025 ਦਾ ਇਸ ਸ਼ਡਿਊਲ ਦੇ ਹਿਸਾਬ ਨਾਲ ਕਰਵਾਵਾਂਗੇ। ਔਰ ਹੈਰਾਨਗੀ ਦੀ ਗੱਲ ਹੈ ਕਿ ਉਹ ਸ਼ਡਿਊਲ ਜਿਹੜਾ ਦਿੱਤਾ ਗਿਆ ਉਹ 1 ਸਾਲ ਦਾ ਸ਼ਡਿਊਲ ਬਣਾ ਕੇ ਦੇ ਦਿੱਤਾ ਗਿਆ, ਜਦ ਕਿ ਡਾਇਰੈਕਟਰ ਗੁਰਦੁਆਰਾ ਦਿੱਲੀ ਸਰਕਾਰ ਅੱਛੀ ਤਰ੍ਹਾਂ ਜਾਣਦੀ ਹੋਵੇ ਕਿ ਜਿਹੜਾ ਕਮਿੰਗ ਇਲੈਕਸ਼ਨ ਹੈ ਉਹ ਅਗਸਤ 2025 ਦੇ ਵਿੱਚ ਡਿਊ ਹੈ, यानी कि आज तो 4 महीने बाद। और शेड्यूल दे के एक नवा तरीका हथकंडा अपनाया, मैं समझदा कि मार्च 2026 तक असी शेड्यूल के सामने वोटर लिस्ट बनावांगे, फिर उसके बाद इलैक्शन कदों होएगा वो तो रब ही रखा है। पर जदों इस गल उत्थे जज साहब के सामने असी इस गल नूं चुक्या, जज साहब ने दस्सिया कि ये जिहड़ा साडा दिल्ली गुरुद्वारा कमेटी का एक्ट सैक्शन 5 है बिल्कुल क्लीयर है कि जनरल चुनाव बिल्कुल टाइमली होणगे, अपने टाइम के उत्ते होणगे, कदे लटकाया नहीं जा सकता। बट ये जिहड़ी इन्हां दी टैक्टिस है हर बारी एक नवी गल करते हैं और पुराने उन्होंने पिछले एफिडेविट भी जज साहब के सामने रखे गए, जज साहब के सामने पुराने ऑर्डर्स भी जो कोर्ट के होए, चाहे सुप्रीम कोर्ट वालों होया, चाहे हाई कोर्ट वालों होया, चाहे लोअर कोर्ट वालों होया, सारे ऑर्डर्स भी दिखाए गए कि ये बार बार इन्होंने इन्हां आर्डर की अवेलना की है, कोई भी आर्डर कंप्लाइंस नहीं किया। तो यह अज एक नवा हथकंडा है। तो मैं समझदा कि मैं धन्यवाद करांगा माननीय जज साहब का कि उन्होंने इस गल नूं सीरीयसली लैंदे हुए डायरैक्टर गुरुद्वारे के उपर सीनियर अथॉरिटी चीफ सैकटरी दिल्ली नूं आर्डर किया कि तू खुद इस नूं मोनीटर करेगा और कंसर्न डिपार्टमेंट के नाल सारे नाल गलबात करके कि यह इंश्योर कर, इस ऑर्डर के लिखा कि इस गल नूं तू इंश्योर कर कि आने वाले 4-4.5 महीने के अंदर जो तुहाडा शेड्यूल है पुराना, उस शेड्यूल के उत्ते इलैक्शन होणगे, उस शेड्यूल के हिसाब नाल मतलब वोट बनणगे, उस नूं पूरा करते हुए तुसीं मैनूं इंश्योर करो कि यह कदों किस तरह हो सकता है। 8 अप्रैल की डेट सी, 2 दिन पहला दी 8 मई का टाइम दिता चीफ सैकटरी नूं और 2 हफ्ते का टाइम दिता डायरैक्टर गुरुद्वारा नूं कि तू अपना नवा शेड्यूल या जो भी अपना रिजल्टर नवा फाइल करना है वो विदिन 2 वीक्स के अंदर अंदर फाइल होवे। और इस विचकार इत्थे ही बस नहीं है, मैं समझदा कि जिद्दां ही है उस दिन ऑर्डर होया, ऑर्डर तो बाद साढ़े वकील, मैं उन्होंने भी तारीफ करांगा, मिस्टर आदित्य पुजारी ने और मिस्टर रजिंदर छाबड़ा जी ने, मिस्टर अपना बच्चे वन्या छाबड़ा एडवोकेट ने, छाबड़ा जी की बिटिया ने, मैं कहना कि उन्होंने तारीफ करांगा कि उन्होंने उस कोर्ट तो बाद भी दोबारा फिर आफ्टर लंच मैंशन किया कोर्ट के अगे कि जज साहब जिहड़ा तुसीं 1 महीने का टाइम दिता उस महीने विच ना होवे कि महीने बाद आके सिर्फ रिपोर्ट करन, जिहड़े बाकी कंसर्न डिपार्टमेंट ने वो अपना काम उस तरह करते रहन, वो काम नहीं रुकना चाहिए। तो जज साहब ने इस गल की भी इस ऑर्डर शीट के पूरा लिखा और बकायदा उस गल में तवज्जो दे के कहा कि इस तरह ही होएगा, जी जो भी गल है बिल्कुल ठीक सिलसिलेवार होएगी। तो कहने का मतलब है कि हुण 8 अप्रैल तो बाद 8 मई तक का टाइम चीफ सैकटरी नूं और विदिन 2 वीक का टाइम मतलब लगभग 24 अप्रैल तक का टाइम दिता डायरैक्टर गुरुद्वारा नूं कि तुसीं नवा शेड्यूल दिओ कि यह काम कदों किवें पूरा होएगा। और जज साहब ने इस ऑर्डर शीट के 9 पन्ने की ऑर्डर शीट इन्नी मतलब गल्लां एवं लिखियां जिहड़ी तवज्जो देण वालियां ने। उन्होंने यह कहा कि पटिशनर की उस तो बाद मैं देख रहा कि तुसीं इस मार्च के विच सिर्फ डिपार्टमेंट नूं चिट्ठियां लिख रहे हो, रिक्वेस्ट ही कर रहे हो, नज़र काम होंदा कित्थे नज़र नहीं आ रहा, काम होंदा कित्थे नज़र नहीं आ रहा। तो यह कोर्ट इस मैटर से बड़ी सीरीयस सी, कोर्ट ने इस गल जाणदे होया यह 4.5 महीने का जो उन्होंने पहला शेड्यूल दिता सी वो 4.5 महीने का शेड्यूल है। मैं तुहानूं ऑर्डर की कापी देंगा और लास्ट पैरे दे विच मैं समझदा कि कोर्ट ने सारी गल्लां दा इक्को जवाब दे दिता। ये ऑर्डर शीट के लास्ट पैरा है, ये तुहानूं वकील साहब मेरा मैं समझदा कि बेहतर समझा पाएंगे। ऑर्डर नंबर जो पैराग्राफ 17 है, 18 है, 19, 20, 21, 22 ये आपस ही जो भी कुछ कह रहे हैं कानूनी लैंग्वेज वो मैं समझदा कि मिस्टर रजिंदर छाबड़ा जी मेरे नाल बैठे ने वो ज़्यादा अच्छी तरह समझा पाएंगे। उस तो बाद तुसीं फिर कोई भी क्वेश्चन या कोई कुछ होए तो दसो। रजिंदर छाबड़ा जी नहीं वो बात छोटी करेंगे देखिए जी, इस ऑर्डर से ऑनरेबल हाई कोर्ट ऑफ दिल्ली ने उन सब लोगों के मंसूबों पर पानी फेर दिया है जो ये किसी भी गलतफहमी में थे कि जैसे वो 2012 से दिल्ली डेलिंग टैक्टिक्स करके दिल्ली सिख गुरुद्वारा मैनेजमेंट कमेटी के इलेक्शन को पोस्टपोन कर रहे थे। जैसा कि ये टैक्टिक्स कोई भी आदमी जिसको थोड़ी बहुत भी लॉ की समझ होगी समझ सकता है। इस ऑर्डर शीट ने इस चीज़ को इंश्योर कर दिया है और माननीय हाई कोर्ट का जो रुख था बड़ा सख्त था। उन्होंने कहा इज द नीड बी देयर द कोर्ट शैल टेक एंड कोर्ट शैल नॉट हेजिटेट टू इवन सस्पेंड द DSGMC। अगर उनका कहना नहीं माना जाएगा तो इनको सस्पेंड जैसे होता है किसी भी स्टेट के अगर कहना नहीं माना जाता हाई कोर्ट का या सुप्रीम कोर्ट का तो उसकी गवर्नमेंट अपने हाथ में ले लेती है। हाँ जी, दिल्ली कमेटी की गलती है, दिल्ली कमेटी की गलती है तो देखो जी हम तो हाई कोर्ट के ऑर्डर को एक्सप्लेन करें, उनके वकील बताएंगे गलती है या नहीं है।
हम लोग अपने मुद्दे पे रहते हैं। जो हाई कोर्ट, माननीय कोर्ट ने कहा है, दिल्ली ये रिटर्न में है। हाँ जी, ये रिटर्न में है, कोर्ट की आपको कॉपी दे रहे हैं, सारे जो शेड्यूल चीज रिटर्न में सारा वही बता रहे हैं आपको। कोर्ट रिटर्न में कहेंगे, दिल्ली कमेटी एक्सपेल कर देंगे। नहीं, रिटर्न में जो आर्गूमेंट्स के दौरान ये बातें आर्गूमेंट के दौरान ਉਹਨਾਂ ਦਾ ਵਕੀਲ ਵਿੱਚ ਸੀਗੇ मिस्टर मिश्रा जी, वो इस गल ਨੂੰ ਕਹਿਣਗੇ कि कोर्ट ने नहीं, कोई बात नहीं, वो तो कई तरह की आर्गूमेंट ये ऑर्डर शीट अपने आप में इस बात को प्रमाणित करती है। मैं कुछ पैराग्राफ आप लोगों के सामने बताना चाहूँगा कि जिसको आपको देखना चाहिए, जो कोर्ट का रुख बताएगी आपको। और ये कोई नो नॉनसेंस ऑर्डर नहीं है, इट्स ए वेरी स्ट्रिक्ट ऑर्डर, जिसमें बिल्कुल लीगली कहा गया है कि 2012 में आपने एक शेड्यूल दिया था, एफिडेविट। जब आप कोर्ट के सामने एफिडेविट देते हैं तो उसका कुछ मतलब होता है। अगर आप उस एफिडेविट को फॉलो नहीं करते तो ये आपको जेल भी जाना पड़ता है, इसके लिए कहीं लिखे होने की आवश्यकता नहीं होती। तो दिल्ली DSGMC भी एक स्टेचुअरी इलेक्टेड बॉडी है, किसी की बपोती है, किसी के घर का राज तो है नहीं है, पब्लिकली इलेक्टेड लोग हैं, आते हैं, एक टाइम शेड्यूल है। और कोर्ट ने ये इंश्योर किया है कि अगस्त 2025 से पहले ये इलेक्शन शेल टेक प्लेस। और चीफ सेक्रेटरी साहब जो होते हैं वो दिल्ली गवर्नमेंट के सबसे हाईएस्ट ऑफिशियल होते हैं। इसमें पैरा 4 में लिखा हुआ है, कोर्ट ने पिछले बड़े सारे एग्जाम्पल देते हुए कहा कि बाई रेफरेंस टू द फोर्थ जजमेंट्स इट इज़ कंटेंडेड दैट डिस्पाइट क्लियर इंडिकेशन ऑफ दिस कोर्ट फ्रेश इलेक्टोरल रोल्स हैज़ नॉट बीन प्रिपेयर्ड बाई द रिस्पोंडेंट्स। उन रिस्पोंडेंट्स में सारे लोग हैं, आपके कमेटी भी है, दिल्ली से गुरुद्वारा भी है। 2012 से आज तक ये क्यों नहीं बना पाए? जब हर बारी कोर्ट में आके एफिडेविट देते हैं, 9 महीने में दे देंगे, 4 महीने में दे देंगे, 8 महीने में। कोर्ट ने इसका बड़ा सीरियस रिव्यू दिया। अभी इन्होंने कहा जी हमें 12 महीने चाहिए बनाने के लिए, उसके बाद इलेक्शन होंगे। कोर्ट ने उसको बिल्कुल सीरियस से नकार दिया पैरा 5 में। उसके बाद फिर पैरा 7 में कोर्ट कहता है कि आपने 2022 में भी कहा था कि सिर्फ 5 महीने में हम आपको करके दे देंगे। सिलसिलेवार कोर्ट ने इनको उधेड़ा बड़े आराम से बैठ के। उसके बाद फिर पैरा 9 में कोर्ट कहता है कि आपने अभी तक इस सिलसिले में कुछ भी काम चालू नहीं किया, आप कैसे कर देंगे? क्योंकि जो पैरा 10 में कोर्ट कहता है कि अगस्त 2025 तक इलेक्शन होंगे, शेल टेक प्लेस, तो आप कैसे करोगे? फिर ये सब बातें तो कोर्ट ने उनको रिमाइंड करा। उसके बाद ना कोर्ट हैज़ टेकन द सुपरवाइजरी पोजीशन। पहले उनको रिव्यू के समझाया कि आप 2012 से अभी तो कुछ नहीं कर रहे। उसके बाद कोर्ट ने अब सुपरवाइजरी डायरेक्टिव पोजीशन लेते हुए आगे डायरेक्ट किया। उन्होंने फिर एक हमारी जजमेंट थी 17 सितंबर 2012 की सुप्रीम कोर्ट की, उसको कोर्ट करते हुए कहा कि आपने कहा था चाहे जो मर्जी जैसे मर्जी हालात हो जाए, हम आपको 2012 से 9 महीने के अंदर, मतलब कि जून तक 2013 तक हर हालत में करके देंगे। वो नहीं किया अब तक। कोर्ट ने इन सब समीशन को समझते हुए फिर यही कहा कि उन्होंने चीफ सेक्रेटरी दिल्ली सरकार की ड्यूटी लगा दी है, नंबर ऑफ चीज़ें इसमें लिख के बताई हैं। उन्हें शेड्यूल बताया बड़ा अच्छा, जो पैरा 16 में है कि आप फ्रेश एप्लीकेशंस पूरी दिल्ली में जो सिख वोट बनने हैं उसके लिए आपको 2 महीने दिए जाते हैं। आप 2 महीने में सारी की सारी एप्लीकेशन मंगवाएंगे। उसके बाद प्रिंटिंग ऑफ सप्लीमेंट्री लिस्ट 1 महीना। इन्वाइटिंग, अगर किसी को कोई ऑब्जेक्शन है, किसी का नाम फालतू जुड़ा है, कटवाना कुछ है, उसके लिए 21 दिन। और उसके बाद फाइनल जो थे इलेक्टोरल रोल है 1 महीने के अंदर छाप के आप देंगे। दिस शेड्यूल हैज़ बीन फिक्स्ड। और ये शेड्यूल कोर्ट ने भी अपने आप नहीं बनाया, इनके पुराने सबमिशन है एज पर द DSGMC एक्ट और रूल्स के हिसाब से बनाया जी। और इसके अलावा फिर उन्होंने पैरा 17 में डायरेक्शंस दिए चीफ सेक्रेटरी को। मैं समझता हूँ आप लोगों को पता ही होगा चीफ सेक्रेटरी साहब का क्या रोल होता है। CM साहब के पास जितने भी एग्जीक्यूटिव काम जितने सारे चीफ सेक्रेटरी स्टेट की करती है, उनको ये कहा गया है कि आप 1 महीने में मीटिंग कॉल करके जो डायरेक्शंस दी गई इनको इंश्योर करेंगे। तो इन शॉर्ट कोर्ट का बड़ा स्ट्रिक्ट व्यू है इसके ऊपर। और ये पिछले ऑर्डर शीट में जैसे शंटी जी ने बताया कि हमने अपने इस कैरियर और 25 साल में 30 साल में कभी कोर्ट को ये कहते हुए नहीं सुना कि वह सरकारी डिपार्टमेंटों पे भी कॉस्ट लगा देगी। क्योंकि जनरली यहाँ तो डिली डेयरिंग टैक्टिक्स सभी करते हैं जी, रिजॉइंडर देंगे, WS आएगा, आगे कोई WS जमा नहीं होता। इस मैटर में कोर्ट ने उनको 1 दिन की भी परमिशन नहीं दी। जो टाइम शेड्यूल है उसके हिसाब से एक एक काम करवाया गया है और बड़े स्ट्रिक्ट पैरामीटर्स रखे गए हैं। एक मिनट मैं पहले बोल लूँ जी, उसके बाद आपके क्वेश्चन आंसर सेशन होगा। तो इस ऑर्डर शीट के हिसाब से जहाँ तक मेरा अनुभव है, मैं कह सकता हूँ कि इस बार इलेक्शन अगर कोई ये मंसूबे पाल रहा है कि मेरी सरकार में पहुँचा है, मेरे को ये जानता है वो जानता है, तो एक बात मैं उनको बड़े रिस्पेक्टफुली याद दिलाना चाहूँगा कि सारे सरकारी जो कर्मचारी हैं वो पब्लिक की सेवा के लिए होते हैं, चाहे वो एक पियून हो या एक IAS ऑफिसर हो।
कोई भी पब्लिक से ऊंचा नहीं होता, सरकार से ऊंचा नहीं होता, और कोर्ट के तो सब नीचे ही रहते हैं। अगर आपके पास में कोई गलत फहमियाँ हैं, कुछ मंसूबे हैं, तो कृपया उसे निकाल के पूरी अच्छी नीयत के साथ इस पे लग जाइए और इलेक्शन करवाने के लिए और इस हाईकोर्ट के ऑर्डर की पालना कीजिए, कंप्लायंस कीजिए। हाँ जी। शक्ति जी, जिमें 4 महीने का टाइम है, 2 महीने बाद डेट है, तो उस साल ते अक्टूबर नवंबर दिसंबर तो 2 पहले महीने बाद कितने डेट, 1 महीने बाद नेक्स्ट मंथ डेट है 20 मई की डेट है। अगले उसके बाद अगर है 5 महीने का प्रोसेस है, 4.5 महीने का, ਕੋਰਟ ਨੇ ਕਿਹਾ ਇਸੇ ਅੱਜ ਤੋਂ 8 ਅਪ੍ਰੈਲ ਤੋਂ ਇਹ ਸਾਰੇ ਕੰਮ ਨੂੰ ਆਪਣੇ ਸ਼ਡਿਊਲ ਦੇ ਹਿਸਾਬ ਨਾਲ ਕਰੋ ਔਰ 1 ਮਹੀਨੇ ਬਾਅਦ ਮੈਨੂੰ ਆ ਕੇ ਦੱਸੋ ਕਿੰਨਾ ਕੰਮ ਕਰ ਲਿਆ। ਪਹਿਲੀ ਗੱਲ ਤੇ ਹੋ ਗਈ। ਆਫਟਰ 1 ਮੰਥ ਕੋਰਟ ਕੁਝ ਨਹੀਂ ਡਿਸਾਈਡ ਕਰਨ ਜਾ ਰਹੀ। ਕੋਰਟ ਨੇ ਤਾਂ ਐਸੇ ਟਾਈਮ ਕਰਤਾ ਹੈ 21 ਨੰਬਰ ਦੇ ਵਿੱਚ ਮੈਂ ਪੜ੍ਹ ਕੇ ਦੇ ਦੇਣਾ। ਕੋਰਟ ਕਹਿ ਰਿਹਾ ਦਾ ਮਿੰਟਸ ਆਫ ਦਾ ਮੀਟਿੰਗ ਕਨਵੇਨਡ ਬਾਈ ਦਾ ਚੀਫ ਸੈਕਟਰੀ ਦਿੱਲੀ ਸ਼ੈਲ ਬੀ ਫਾਈਲਡ ਬਿਫੋਰ ਦਿਸ ਕੋਰਟ ਬਿਫੋਰ ਦਾ ਨੈਕਸਟ ਡੇਟ ਆਫ ਹੀਅਰਿੰਗ। ਪਹਿਲੀ ਗੱਲ ਉਹਦੇ ਵਿੱਚ ਬਾਈ ਜੋ ਕਹਿ ਰਿਹਾ ਦਾ ਚੀਫ ਸੈਕਟਰੀ ਦਿੱਲੀ ਸ਼ੈਲ ਇੰਸ਼ੋਰ ਕਰੇ ਦੈਟ ਸਪੈਸਿਫਿਕ ਟਾਈਮਲਾਈਨ ਜੋ 4.5 ਮਹੀਨੇ ਨੇ ਸਪੈਸਿਫਿਕ ਟਾਈਮਲਾਈਨ ਉਹਨੂੰ ਕਿਹਾ ਗਿਆ। ਸਪੈਸਿਫਿਕ ਟਾਈਮਲਾਈਨ ਇਜ਼ ਪ੍ਰੋਵਾਈਡਡ ਬਾਈ ਦਾ ਕੰਸਰਨਡ ਅਫੀਸ਼ੀਅਲ ਵਿਦ ਰਿਸਪੈਕਟ ਆਫ ਕੈਰਿੰਗ ਆਊਟ ਦਾ ਪ੍ਰੋਸੈਸ ਆਫ preparation of the fresh photo electoral roll of the 46 ward as per the Delhi Sikh Gurudwara Management Committee। ਉਹਨੇ ਕਿਹਾ ਕਿ ਇਹ ਫਰੈਸ਼ ਇਲੈਕਟਰਲ ਰੋਲ ਤੁਹਾਡਾ ਜੋ ਸ਼ਡਿਊਲ ਹੈ 4.5 ਮਹੀਨੇ ਦਾ, ਇਹਨੂੰ ਇਨਸ਼ੋਰ ਕਰੋ ਕਿ ਤੁਸੀਂ ਐਸੇ ਟਾਈਮ ਲਾਈਨ ਦੇ ਵਿੱਚ ਇਸ ਕੰਮ ਨੂੰ ਖਤਮ ਕਰੋਗੇ ਔਰ ਮੈਨੂੰ 20 ਤਰੀਕ ਨੂੰ ਇਹਦੇ ਬਾਰੇ ਪੂਰੀ ਰਿਪੋਰਟ ਦਿਓ। ਅੱਛਾ ਸ਼ੰਟੀ ਜੀ, ਜਿਵੇਂ ਕਿ ਇਲੈਕਸ਼ਨ ਜਿਵੇਂ ਲੋਕ ਸਭਾ ਦੇ ਇਲੈਕਸ਼ਨ ਹੋ ਚੁੱਕੇ ਨੇ, ਦਿੱਲੀ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਹੋ ਚੁੱਕੇ ਨੇ, ਸਰਕਾਰ ਦੇ ਕੋਲ ਆਲਰੇਡੀ ਸਾਰਿਆਂ ਦੇ ਰਿਕਾਰਡਸ ਤਾਂ ਹੈ ਹੀ ਨੇ, ਉਹਨਾਂ ਵਿੱਚੋਂ ਆਈਡੈਂਟੀਫਾਈ ਕਰਨ ਦੇ ਵਿੱਚ ਕਿ ਇਹ ਸਿੱਖ ਵੋਟਰਸ ਨੇ, ਇਹਨਾਂ ਨੂੰ ਕਿੰਨਾ ਚਿਰ ਲੱਗਦਾ? ਬੜਾ ਅੱਛਾ ਤੁਸੀਂ ਜਿਹੜਾ ਕੁਐਸਚਨ ਕੀਤਾ ਹੈ, ਮੈਂ ਭੁੱਲ ਗਿਆ ਸੀ ਪਰ ਤੁਹਾਡੀ ਮਿਹਰਬਾਨੀ ਤੁਸੀਂ ਮੈਨੂੰ ਯਾਦ ਕਰਾਇਆ। ਕੋਰਟ ਦੇ ਵਿੱਚ ਐਸੇ ਮੁੱਦੇ ਦੇ ਉੱਤੇ ਬਹਿਸ ਹੋਈ। ਸਾਡੇ ਵਕੀਲ ਸਾਹਿਬ ਨੇ ਵੰਨਿਆ ਛਾਬੜਾ ਨੇ ਅਦਿਤ ਪੁਜਾਰੀ ਜੀ ਨੇ ਇਹ ਕੁਐਸਚਨ ਨੂੰ ਰੇਸ ਉੱਤੇ ਕੀਤਾ ਸੀ ਕਿ ਜੱਜ ਸਾਹਿਬ ਹੈਰਾਨਗੀ ਦੀ ਗੱਲ ਹੈ ਕਿ ਮੰਨ ਲਿਆ ਜਾਏ ਕਿ ਦਿੱਲੀ ਦੇ ਵਿੱਚ 5 ਤੋਂ 6 ਕਰੋੜ ਦੀ ਪਾਪੂਲੇਸ਼ਨ ਹੈ। ਉਸ ਪਾਪੂਲੇਸ਼ਨ ਦੇ ਹੁਣੇ ਅਸੈਂਬਲੀ ਚੁਣਾਵ ਵਿਦਿਨ 3 ਮੰਥ ਦੇ ਅੰਦਰ ਦਿੱਲੀ ਸਰਕਾਰ ਨੇ ਕੰਡਕਟ ਕਰਵਾ ਦਿੱਤੇ, ਠੀਕ ਹੈ। ਔਰ ਸਿੱਖਾਂ ਦੀ ਆਬਾਦੀ ਟੋਟਲ 1% ਹੈ। ਕਹਿ ਜੇ ਮੰਨ ਲਿਆ ਜਾਏ 5 ਕਰੋੜ ਤੇ 1% ਹੋ ਗਿਆ 5 ਲੱਖ, ਤੇ 5 ਲੱਖ ਵਾਸਤੇ ਇਹਨਾਂ ਨੂੰ 1 ਸਾਲ ਚਾਹੀਦਾ। ਤੇ ਜੱਜ ਸਾਹਿਬ ਨੇ ਬਿਲਕੁਲ ਐਸੇ ਗੱਲ ਨੂੰ ਬਿਨਾਂ ਸਾਡੇ ਕਹੇ, ਜੱਜ ਸਾਹਿਬ ਨੇ ਇਹ ਗੱਲ ਉਸ ਦਿਨ ਕਹੀ ਕਿ ਤੁਹਾਡੇ ਕੋਲ ਸਾਰਾ ਡਾਟਾ ਹੈ, ਤੁਸੀਂ ਉਸ ਅਸੈਂਬਲੀ ਚੁਣਾਵ ਤੋਂ ਜਾਂ ਐਮਸੀਡੀ ਦੀ ਆਪਣਾ ਵੋਟਰ ਲਿਸਟ ਤੋਂ ਉਹ ਸਾਰਾ ਡਾਟਾ ਲੈ ਕੇ ਸਿਰਫ ਉਹਨਾਂ ਲੋਕਾਂ ਨੂੰ ਵੈਰੀਫਾਈ ਕਰ ਲਓ ਔਰ ਕੋਈ ਆਬਜੈਕਸ਼ਨ ਨਹੀਂ ਤੇ ਰੇਜ਼ ਕਰ ਲਓ। ਕਿਸ ਗੱਲ ਤੋਂ ਤੁਸੀਂ ਟਾਈਮ ਬੇਕਾਰ ਕਰ ਰਹੇ ਹੋ, ਪਹਿਲੇ ਇਸ ਗੱਲ ਦਾ ਜਵਾਬ ਦਿਓ। ਇਹ ਸਾਰੀ ਗੱਲ ਬਹੁਤ ਅੱਛੀ ਰਹੀ ਕਿ ਉਸੇ ਦਿਨ ਕੋਰਟ ਦੇ ਹੀਅਰਿੰਗ ਦੇ ਵਿੱਚ ਸਭ ਕੁਝ ਚੱਲਿਆ। ਹੁਣ ਜਿਵੇਂ ਇੰਟਰਨਲ ਇਲੈਕਸ਼ਨ ਨੇ ਪ੍ਰਧਾਨਗੀ ਦੇ 2 ਸਾਲ ਬਾਅਦ ਹੁੰਦੇ ਨੇ, ਨਹੀਂ ਹੋਏ ਤੇ ਹੋ ਸਕਦਾ ਹੈ ਕਿ ਹੁਣ ਇਲੈਕਸ਼ਨ ਕਰਾ ਲੈ ਜਾਣ ਤੇ ਫਿਰ ਕਿਹਾ ਜਾਵੇ ਕਿ ਜੀ ਪ੍ਰਧਾਨਗੀ ਦੇ ਇਲੈਕਸ਼ਨ 2 ਸਾਲ ਦੇ ਬਾਅਦ ਹੁੰਦੇ ਨੇ ਤੇ ਉਹ 2 ਸਾਲ ਗੱਲ ਇਹ ਹੈ ਸਮੇਂ ਵੀ ਅੱਗੇ ਪੈ ਮੈਂ ਸਕਦਾ। ਦੱਸਿਆ ਕਿ ਸੈਕਸ਼ਨ 5 ਬੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਦਾ ਬਿਲਕੁਲ ਸੈਕਸ਼ਨ 5 ਬਿਲਕੁਲ ਕਲੀਅਰ ਹੈ ਕਿ ਜਿਹੜਾ ਜਨਰਲ ਚੁਣਾਵ ਹੈ ਉਹ ਬਿਲਕੁਲ ਆਪਣੇ ਟਾਈਮ ਤੇ ਹੋਏਗਾ, ਆਫਟਰ 4 ਈਅਰ ਹੋਏਗਾ। ਉਹਨੂੰ ਨੋਬਡੀ ਕੈਨ ਚੈਲੰਜ, ਕਿਸੇ ਗੱਲ ਤੋਂ ਟਾਲਣ ਦੀ ਕੋਈ ਵੀ ਮਤਲਬ ਜਿਹੜੀ ਟੈਕਸਿਸ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਦੇ ਵਾਸਤੇ ਅਸੀਂ ਐਸੇ ਕਰਕੇ ਕੋਰਟ ਦਾ ਰੁਖ ਅਖਤਿਆਰ ਕੀਤਾ ਕਿ ਅਗਰ ਕੋਈ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਕਿ ਇਲੈਕਸ਼ਨ ਨੂੰ ਅਸੀਂ ਅੱਗੇ ਲੈ ਜਾਈਏ, ਜਾਂ ਮੰਨ ਲਓ ਜਿਵੇਂ ਤੁਸੀਂ ਸਵਾਲ ਕੀਤਾ ਕਿ ਬਈ ਹੁਣੇ ਕੋਈ ਇੰਟਰਨਲ ਚੁਣਾਵ ਦੀ ਚਿੱਠੀ ਕੱਢ ਦੇ ਤੇ ਕਹੇ ਜੀ ਮੈਂ 2 ਸਾਲ ਨੂੰ 27 ਤੱਕ ਲੈ ਜਾਵਾਂਗਾ। ਆਲਰੇਡੀ ਇਹ ਕੁਐਸਚਨ ਵੀ ਉਸੇ ਦਿਨ ਮਤਲਬ ਦਿੱਲੀ ਗੁਰਦੁਆਰਾ ਕਮੇਟੀ ਦੇ ਲਾਇਰ ਵੀ ਸੀ, ਮਨਜੀਤ ਸਿੰਘ ਜੀਕੇ ਦੇ ਉਹਨਾਂ ਦੇ ਵੀ ਲਾਇਰ ਵੀ ਸੀ ਤੇ ਸਾਡੇ ਲਾਇਰ ਦੀ ਇਹ ਗੱਲ ਉਸ ਦਿਨ ਵੀ ਸਾਡੇ ਵਕੀਲ ਵੱਲੋਂ ਰੇਜ਼ ਕੀਤੀ ਗਈ ਕਿ ਇਸ ਤਰ੍ਹਾਂ ਦੀ ਟੈਕਟਿਕਸ ਵੀ ਕੋਈ ਕੀਤੀ ਜਾ ਸਕਦੀ ਹੈ। ਤੇ ਜੱਜ ਸਾਹਿਬ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਸੈਕਸ਼ਨ 7A ਹੈ ਇੰਟਰਨਲ ਚੁਣਾਵ ਬਾਰੇ, ਉਹ ਬੜਾ ਕਲੀਅਰ ਹੈਗਾ ਕਿ ਮਹੀਨਾ 2 ਮਹੀਨਾ ਚੁਣਾਵ ਜਿਹੜਾ ਪ੍ਰਧਾਨ ਔਰ ਜਨਰਲ ਸੈਕਟਰੀ ਵਿਦ ਰੀਜ਼ਨ ਅਗਰ ਕੋਈ ਕਾਰਨ ਹੈ ਤੇ ਉਹਨੂੰ ਅੱਗੇ ਕਰ ਸਕਦੇ ਨੇ। ਔਰ ਉਸ ਤੋਂ ਬਾਅਦ ਅੱਗੇ ਕਿਹਾ ਗਿਆ ਹੈ ਕਿ 4 ਮਹੀਨੇ 4 ਮੰਥ LG ਦਿੱਲੀ ਵਿਦ ਰੀਜਨ ਉਹ ਵੀ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਹੈ ਜਾਂ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਹੈ, ਉਹਨੂੰ 4 ਮਹੀਨੇ ਅੱਗੇ ਕਰ ਸਕਦਾ ਹੈ। ਕਹਿਣ ਦਾ ਮਤਲਬ ਜਨਵਰੀ 22 ਤੋਂ ਬਾਅਦ ਜਨਵਰੀ 24 ਦੇ ਵਿੱਚ ਇੰਟਰਨਲ ਚੁਣਾਵ ਡਿਊ ਸੀ ਤੇ ਜੇ 6 ਮਹੀਨੇ ਗਿਣਨੇ ਜਾਣ ਤਾਂ ਜੁਲਾਈ 2024 ਹੋਇਆ। ਪਰ ਅਸੀਂ ਕੋਰਟ ਨੂੰ ਕਿਹਾ ਕਿ ਅੱਜ ਉਸ ਤੋਂ ਬਾਅਦ ਫਿਰ 9 ਮਹੀਨੇ यानी कि 15 महीने तक ये चुनाव नहीं कराए गए, जबकि ये चुनाव किसी सरकार ने नहीं कराने होंगे। ये दिल्ली गुरुद्वारा कमेटी का प्रधान या जनरल सैकटरी उस चिट्ठी को कटता है और मतलब सिर्फ सरकार को इंटीमेट किया जाता है कि इंटरनल चुनाव फलानी डेट में असीं करवाने जा रहे हैं। तो जे अगर नहीं कराए गए तो अज कोई 15 महीने बाद करेगा तो असीं कोर्ट में जो गल कही तो कोर्ट के आर्गूमेंट के मैं समझदा कि दिल्ली गुरुद्वारा कमेटी के लायर भी सन, बाकी सारे लायर नहीं। कोर्ट ने उदों बड़ी सख्त लफ्ज़ों में टिप्पणी की कि असीं किसी भी एक्टिविटी को बर्दाश्त मतलब एक्सरसाइज को बर्दाश्त नहीं किया जाएगा और मैं वो लफ्ज़ दोहराना नहीं पाए। कोई करने की कोशिश ही करेगा ਤੇ ਅਸੀਂ ਤੇ ਕੋਰਟ ਦਾ ਦਰਵਾਜ਼ਾ ਪਹਿਲਾਂ ਵੀ ਖੜਕਾਤਾ ਹੈ, ਫਿਰ ਵੀ ਖੜਕਾਵਾਂਗੇ ਔਰ ਤਗੜੇ ਹੋ ਕੇ ਦਿੱਲੀ ਦੇ ਸਿੱਖਾਂ ਦੇ ਹੱਕਾਂ ਦੀ ਲੜਾਈ ਲੜਾਂਗੇ। ਕੋਈ ਕਵੇ ਕਿ ਇਸ ਤਰ੍ਹਾਂ ਕੋਈ ਮਤਲਬ ਅਸੀਂ ਆਪਣੀ ਮਨ ਮਰਜ਼ੀ ਦੇ ਮੁਤਾਬਕ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਕਰਕੇ ਕੁਝ ਚਲਾ ਲੇਗਾ, ऐसी किसी की ना मंशा ना कोई करने की कोशिश करे। इसमें मैं इस जवाब में एक चीज़ जोड़ना चाहूँगा जो कोर्ट में हुई थी।
वो ये है कि कोई भी लैप्स अगर मैनेजमेंट अपने आप करता है या जानबूझ के करता है, लैप्स तो लैप्स है। जो आपने इंटरनल इलेक्शन का किया तो उसमें ना कोई कोर्ट का रोल है, ना दिल्ली इलेक्टोरल गुरुद्वारे का रोल है, डायरेक्टरेट का है, ना पिटिशनर का है। अगर वो कोई लैप्स कोई भी अगर वो कोई चूक करते हैं तो उनकी कोर्ट में ये माना जाएगा कि सोची समझी साजिश के तहत किया गया है इसको इलेक्शंस को आगे जाने के लिए। तो कोर्ट मेड इट वेरी क्लियर, सेक्शन 5 कम्स फर्स्ट, देन कम्स सेक्शन 7A। जो पहले सेक्शन की लिमिट है 4 साल की, वो 4 साल की रहेगी। उसके अंदर तो आपको फायदा, अगर आपने बीच में करा लिया वेल एंड गुड, नहीं कराए तो यू लॉस योर चांस। अपोजिशन है जो थी उसने क्यों नहीं कहा, क्यों नहीं किया, कोर्ट में क्यों नहीं, उनकी गलती है। वो फाइनल 4 साल वाली एक दिन भी डेडलाइन ऑफिशियली जो अपनी ਅਸੀਂ ਤੇ ਕਿਸੇ ਵੀ ਦਿੱਲੀ ਗੁਰਦੁਆਰਾ ਕਮੇਟੀ ਦੇ ਜੋ ਐਕਟ ਹੈ ਉਹਦੇ ਅਗਰ ਕਿਸੇ ਰੂਲ ਦੀ ਜਾਂ ਐਕਟ ਦੀ ਕੋਈ ਵਾਇਲੈਂਸ ਹੋਏਗੀ ਤੇ ਅਸੀਂ ਕੋਰਟ मतलब हैगा और ਅਸੀਂ कोर्ट मूव करके उसमें देखिए एक मिनट सर मैं बताता हूँ इसमें क्या हुआ। अभी तक ना मैं कमेंट नहीं करना चाहता, बड़े सारे वेस्टेड इंटरेस्ट थे जिसकी वजह से ये सब होता रहा है। लेकिन जब कोर्ट में कोई चीज़ आप अच्छी नीयत के साथ, जैसे शंटी जी गए हैं, खुराना जी गए हैं, अच्छी नीयत के साथ आप जाते हैं और कोर्ट को फैक्ट बताते हैं ना, तो कोर्ट किसी एक सरकार का, किसी एक व्यक्ति विशेष का या किसी का नहीं है। कोर्ट तो के लिए एक कानून है, कानून सरकार ने बनाया और कोर्ट का ये फर्ज बनता है उस कानून की पालना। अच्छा छाबड़ा जी, जैसे छाबड़ा जी ने ये बात कही है कि कुछ वेस्टेड इंटरेस्ट थे। अब एक सियासी सवाल है मेरा ਤੁਹਾਡੇ ਕੋਲ, ਤੁਸੀਂ ਤੇ ਖੁਰਾਨਾ ਸਾਹਿਬ ਤੁਸੀਂ ਕੋਰਟ ਗਏ ਹੋ, लेकिन ਜਿਹੜੇ दूसरे स्टेक होल्डर्स ने, चाहे वो कमेटी ਦੇ ਕਾਲੋ ਸਾਹਿਬ ਤੇ ਕਾਲਕਾ ਸਾਹਿਬ ਨੇ, ਚਾहे ਸਰਨਾ ਸਾਹਿਬ ਨੇ, ਚਾहे ਮਨਜੀਤ ਸਿੰਘ GPGK ਨੇ, ਕਿਉਂਕਿ ਇਹ ਮੇਨ ਨੁਮਾਇੰਦੇ ਨੇ, ਇਹਨਾਂ ਦੀ ਕੀ ਪੋਜੀਸ਼ਨ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਰਹੀ ਹੈ, ਜਿਹੜੀਆਂ तमाम ਜਿਹੜੇ ਲੈਪਸਸ ਜਿਹੜੇ ਸਾਹਮਣੇ ਆਉਂਦੇ ਨੇ। देखो मैं तो समझदा कि मैनू अपने काम नाल मेरा जड़ा गोल है, मेरा जड़ा ट्रैक है बिल्कुल सीधा है। बाकी किसी का किधर है, किसी का अमृतसर है, किसी का कितने हो रहा है, मैं वो ना ही जावा। मैं तो अपना गोल ट्रैक मेरा ठीक है। उन्होंने सोच की है वो किस तरह की आज इस मसले उत्ते सोच रखते हैं, इसका जवाब वो देन। मेरा गोल बिल्कुल सीधा है कि फ्रैश वोटर लिस्ट बने और टाइमली बनने तो बाद टाइमली वो इलैक्शन होन और जड़ा इलैक्शन अगस्त ड्यू है वो अगस्त होवे। छाबड़ा साहब आप कह रहे हो कि अगस्त तक कोई लूप होल नहीं है और अगस्त में अगर उन्होंने फिर भी अगर नाकामयाब हो गए तो क्या पुरानी लिस्ट में इलेक्शन हो सकते हैं? ਅੱਜ ਤੋਂ ਪਹਿਲਾਂ ਰਿਵਾਈਜ਼ ਲਿਸਟ ਤੇ ਉਹਨਾਂ ਨੇ ਪਰਮਿਸ਼ਨ ਮੰਗੀ ਸੀ ਔਰ ਕੋਰਟ ਨੇ ਅਲਾਉ ਕੀਤਾ ਸੀ 2020 ਦੇ ਵਿੱਚ 21 ਦੇ ਜਦੋਂ ਕੋਵਿਡ ਦੇ ਆ ਗਿਆ ਸੀ ਤੇ ਉਹਨਾਂ ਨੇ ਰੀਜ਼ਨ ਦਿੱਤਾ ਸੀ ਕਿ ਇਹ ਕੋਵਿਡ ਹੈ, ਅਸੀਂ ਨਵੀਂ ਫਰੈਸ਼ ਵੋਟਰ ਲਿਸਟ ਨਹੀਂ ਬਣ ਸਕਦੀ ਤੇ ਇਸ ਕਰਕੇ ਸਾਨੂੰ ਰਿਵਾਈਜ਼ ਵੋਟਰ ਲਿਸਟ ਦੇ ਉੱਤੇ ਇਲੈਕਸ਼ਨ ਕਰਾਉਣ ਦੀ ਇਜਾਜ਼ਤ ਦਿੱਤੀ ਜਾਏ। ਤੇ ਕੋਰਟ ਨੇ ਉਸ ਗੱਲ ਨੂੰ ਮੰਨ ਲਿਆ ਸੀ, ਬਟ ਨਾਲ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਆਫਟਰ ਇਲੈਕਸ਼ਨ ਵਿਦਿਨ 9 ਮੰਥ ਇਸ ਕੰਮ ਨੂੰ ਕਰ ਦਿਆਂਗੇ। ਨਹੀਂ ਸਰ, ਕੋਰਟ ਨੇ ਤਾਂ ਇਹ ਵੀ ਲਿਖਿਆ ਜੇ ਆਦੇਸ਼ ਨਹੀਂ ਮੰਨਣਗੇ ਤਾਂ ਸਸਪੈਂਡ ਵੀ ਕੀਤੀ ਜਾ ਸਕਦੀ ਹੈ। ਦੇਖੋ ਕੁਝ ਚੀਜ਼ਾਂ ਜਿਹੜੀ ਆਰਗੂਮੈਂਟ ਦੇ ਵਿੱਚ ਕੁਝ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਹਮੇਸ਼ਾ ਹੀ ਹੁੰਦੀਆਂ ਨੇ ਉੱਥੇ ਜਦੋਂ ਕੋਰਟ ਦੇ ਵਿੱਚ, ਲੇਕਿਨ ਜਦੋਂ ਆਰਡਰ ਲਿਖਿਆ ਜਾਂਦਾ ਉਹ ਟੂ ਦੀ ਪੁਆਇੰਟ ਲਿਖਿਆ ਜਾਂਦਾ ਉਹ ਟੂ ਦੀ ਪੁਆਇੰਟ ਜਦੋਂ ਨੌਬਤ ਉਹ ਆਏਗੀ, ਜਦੋਂ ਕੋਈ ਐਸੀ ਐਕਸਰਸਾइज ਕਰਨ ਦੀ ਕੋशिश करेगा तो हर फिर किन्ने भी आना वो भी पता चल जाएगा। देखो पैरा 19 में कोर्ट ने आपकी बात का जवाब दिया है। पैरा 19 में कोर्ट ने बड़ा क्लियरली कहा कि कोविड-19 में आपको एक बार मौका दिया जा चुका है, अब ये नहीं दिया जाएगा। पैरा 19 में कोर्ट ने, क्योंकि ये आर्गूमेंट जो बातें आप उठा रहे हैं, देखिए जितने आप लोग क्वेश्चंस पब्लिक की तरफ से आते हैं उतनी ही बातें जो वहाँ पे एडवोकेट्स होते हैं या एडवर्सरी एडवोकेट होते हैं अपोनेंट, और कोर्ट भी समझती है कि एक टाइम फ्रेम है, एक टाइम लाइन है, एक्ट है। एक्ट किसी के घर में तो बना नहीं है ना, सब्जी मंडी में बना है, पार्लियामेंट का एक्ट है। जैसे दिल्ली पुलिस एक्ट है ऐसे DSGMC एक्ट है, बोथ हैज गॉट द सेम वैल्यू। सर फोटो वाली वोटर सूची ਦਾ ਪਹਿਲਾ ਆਰਡਰ ਸੁਪਰੀਮ ਕੋਰਟ ਤੋਂ ਕਦੋਂ ਆਇਆ ਸੀ? ਸਤੰਬਰ 2012 ਚ। ਉਹਦੇ ਚ ਕੀ ਮਤਲਬ ਸੀ? 9 ਮਹੀਨੇ ਦਾ ਟਾਈਮ शुरुआत तो है एफिडेविट दिते जा रहे हैं, कदे 9 महीने मांगते हैं, कदे 4.5 महीने बेसिक कर कोर्ट ने कहा कि ठीक है इतने टाइम के अंदर करो। 9 महीने से बाद में आपको टाइम नहीं दिया जाएगा। आपने फ्रेश इलेक्टोरल रोल बनानी है, उसके बाद सबने विड्रॉ कर ली, फिर सबने विड्रॉ कर ली कि ठीक है अगर हो गया थे। ਉਸ ਤੋਂ ਬਾਅਦ ਫਿਰ 2000 फिर देखिए 2017 ਦੇ ਵਿੱਚ ਚੁਣਾव आया, कुछ नहीं हुआ। एक चीज मैं और बताता हूँ, 13 ਵਿੱਚ आया तो कुछ नहीं हुआ। इस वाली रिट पिटीशन में एक चीज बहुत अच्छी हो रही है। जनरली क्या होता है, हम कोर्ट के पास जाते एक चीज मांगते हैं, सब पार्टियां कहते हैं जी हम कर देंगे, तो कोर्ट के पास देयर रिमेन्स नथिंग टू परस्यू अबाउट। लेकिन इस वाली रिट पिटीशन में क्या हो रहा है कि हम कोर्ट को इन्वॉल्व करके रख रहे हैं पिछले इंसिडेंट्स के हिसाब से, कि हम कहते हैं जी हमने डायरेक्टर गुरुद्वारा कहते हैं जी हम कर देंगे, रिट
इन्फ्रुक्चुअस काम हो गया, नहीं। इस बारी कोर्ट खुद मॉनिटर कर रहा है कि जो ये कह रहे हैं वो करेंगे कि नहीं करेंगे, क्योंकि पास्ट में उनका 13 साल का इतिहास ऐसा रहा है कि जो कहते हैं वो कभी होता नहीं करते है। नहीं है। तो इस बारी इसलिए मैंने स्पेसिफिकली कहा था, अगर किसी को कोई गलतफहमी या मंसूबे पाल रहा है कि हम बहुत ज़्यादा डिले कर देंगे या कुछ कर देंगे, तो शायद इस बारी नहीं होगा। आफ्टर अगस्त में जनवरी में कमेटी फॉर्म हुई थी 2022 जनवरी 2022 में हुई थी कमेटी फॉर्म, तो क्या ये 4-6 महीने का जो गैप है इसको कैसे फुलफिल नहीं, हम तो स्ट्रिक्टली मना कर रहे हैं, वो बिल्कुल मैं नहीं बताता हूँ होगा। क्या होता है कि जो आप बोर्ड की बात कर रहे हो, जो बोर्ड बनता है, जो आप कह रहे हो जनवरी 2022 में बना था, वो आफ्टर इलेक्शन बनता है, क्योंकि उसमें इलेक्टेड मेंबर्स ने वोट डालने होते हैं। तो इलेक्शन होगा जर्नल तो बोर्ड बनेगा ना, तो इसलिए इलेक्शन तो टाइमली होना चाहिए। इलेक्शन टाइमली होगा तो ही वो मेंबर वोट करके बोर्ड बनाएंगे ना। वो बीच का जो टाइम होता है, वो जो 2 मेंबर लॉटरी के निकलते हैं, 2 मेंबर कॉप्शन में आते हैं, एक श्रोमणी कमेटी का आता है, उसमें वो सारा प्रोसेस चलता है। इस बारी ज़्यादा चल गया, 5 महीने चल गया, क्योंकि वो लॉटरी वाली 2-3 बारी निकालनी पड़ी, क्योंकि डेथ केस निकल आए तो उसको बार बार नोटिफिकेशन निकालना पड़ा, इसलिए टाइम ज़्यादा लग गया। अदरवाइज ये महीने 2 महीने में काम हो जाता है। आफ्टर इलेक्शन विद इन 2 मंथ बोर्ड बन जाता है। ਕਾਫੀ ਤੁਸੀਂ ਮਤਲਬ ਬੈਕਗ੍ਰਾਉਂਡ ਵੀ ਦੱਸਦੇ ਰਹੇ ਹੋ, ਸਭ ਕੁਝ ਕਾਫੀ ਲੰਬਾ ਚੌੜਾ, ਸਿਰਫ ਆਰਡਰ ਬਾਰੇ ਸ਼ਾਰਟ ਤੇ ਦੱਸ ਦਿਓ ਕਿ ਇਹ ਕੀ ਹੋਇਆ ਜਿਹੜਾ ਆਰਡਰ ਬਾਰੇ ਸ਼ਾਰਟ ਵਿੱਚ ਆਇਆ ਕਿ ਕੋਰਟ ਇਸ ਮੈਟਰ ਦੇ ਉੱਤੇ ਜੋ ਪਿਛਲੇ 15 20 30 ਸਾਲ ਤੋਂ ਚੱਲ ਰਿਹਾ ਸੀ, ਕੋਈ ਹਰ ਵਾਰੀ ਦਿੱਲੀ ਸਰਕਾਰ ਜਾਂ ਡਾਇਰੈਕਟਰ ਗੁਰਦੁਆਰਾ ਕਹਿੰਦਾ ਕਿ ਅਸੀਂ ਫਰੈਸ਼ ਵੋਟਰ ਲਿਸਟ ਤੇ ਨੈਕਸਟ ਇਲੈਕਸ਼ਨ ਕਰਾਵਾਂਗੇ। ਪਹਿਲਾ ਪੁਆਇੰਟ, ਉਹ ਦਿੱਲੀ ਸਰਕਾਰ ਜਾਂ ਡਾਇਰੈਕਟਰ ਗੁਰਦੁਆਰਾ ਕਦੇ ਵੀ ਨਹੀਂ ਕਰਾਂਦਾ ਰਿਹਾ, ਹਮੇਸ਼ਾ ਕੋਰਟ ਦੇ ਆਰਡਰ ਦੀ ਅਵੇਲਨਾ ਕਰਦਾ ਰਿਹਾ। ਉਹ ਆਰਡਰ ਚਾਹੇ ਲੋਅਰ ਕੋਰਟ ਦੇ ਰਹੇ, ਹਾਈ ਕੋਰਟ ਦੇ ਰਹੇ, ਸੁਪਰੀਮ ਕੋਰਟ ਦੇ ਰਹੇ, ਚਾਹੇ ਇਹਨਾਂ ਉੱਤੇ ਡਾਇਰੈਕਟਰ ਗੁਰਦੁਆਰਾ ਉਹਦੇ ਉੱਤੇ ਕੰਟੈਂਪਟ ਤੱਕ ਵੀ ਲੱਗੀ ਔਰ ਇਹਨਾਂ ਨੇ ਡਾਇਰੈਕਟਰ ਚੇਂਜ ਕਰਤੇ। ਪਹਿਲੀ ਗੱਲ, ਇਸ ਵਾਰੀ ਕੋਰਟ ਨੂੰ ਮਤਲਬ ਬਿਲਕੁਲ ਜਿਹੜੇ ਸਾਡੀ ਪਟੀਸ਼ਨ ਹੈ ਉਹਦੀ ਸੀਰੀਅਸਨੈਸ ਸਮਝ ਆਈ ਕਿ ਵਾਕਈ ਹਰ ਵਾਰੀ ਇਹੀ ਕੁਝ ਹੁੰਦਾ ਹੈ। ਇਹ ਐਫੀਡੇਵਿਟ ਵੀ ਦਿੰਦੇ ਨੇ, ਮੰਨਦੇ ਨੇ ਵੀ ਕਿ ਅਸੀਂ ਕਰਾਂਗੇ, ਲੇਕਿਨ ਕਰਦੇ ਨਹੀਂ। ਔਰ ਉਸ ਚੱਕਰ ਵਿੱਚ ਪਟੀਸ਼ਨ ਡਿਸਪੋਜ਼ ਆਫ ਕਰਤੀ ਜਾਂਦੀ ਕਿ ਚਲੋ ਜਦ ਹੁਣ ਸ਼ੈਡਿਊਲ ਦੇਤਾ ਸਰਕਾਰ ਨੇ, ਸ਼ੈਡਿਊਲ ਮਤਲਬ ਹੁਣ ਸਰਕਾਰ ਕਰ ਦੇਗੀ, ਹੁਣ ਅੱਗੋਂ ਇਸ ਕੇਸ ਦੀ ਜ਼ਰੂਰਤ ਨਹੀਂ ਹੈ, ਕੇਸ ਉੱਤੇ ਖਤਮ ਕਰਤਾ ਜਾਂਦਾ। ਲੇਕਿਨ ਇਸ ਵਾਰੀ ਜਿਹੜੀ ਹੁਣੇ ਵਕੀਲ ਸਾਹਿਬ ਨੇ ਦੱਸਿਆ, ਇਸ ਵਾਰੀ ਕੋਰਟ ਨੇ ਇਸ ਗੱਲ ਤੇ ਸੰਗਿਆਨ ਲੈਂਦਾ ਹੋਇਆ ਕਿ ਹਰ ਵਾਰੀ ਇਹ ਸਭ ਕੁਝ ਹੋ ਜਾਂਦਾ ਤੇ ਮੈਨੂੰ ਵੀ ਨਹੀਂ, ਕੋਰਟ ਨੂੰ ਵੀ ਨਹੀਂ ਪਤਾ ਚੱਲਦਾ ਕਿ ਉਹ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ। ਤੇ ਇਸ ਵਾਰੀ ਬਕਾਇਦਾ ਕੋਰਟ ਨੇ ਰਿਪੋਰਟ ਮੰਗੀ ਕਿ ਮੈਨੂੰ ਹਰ ਜੋ ਜਿੰਨਾ ਵੀ ਸਟੈਪ ਤੁਸੀਂ ਅੱਗੇ ਚਲੋਗੇ, ਮੈਨੂੰ ਉਹਦੀ ਪੂਰੀ ਸਟੇਟਸ ਰਿਪੋਰਟ ਚਾਹੀਦੀ ਇੱਕ ਤਰੀਕੇ ਨਾਲ, ਜਿਵੇਂ ਮਹੀਨੇ ਬਾਅਦ ਦਾ ਟਾਈਮ ਦਿੱਤਾ, ਡਾਇਰੈਕਟਰ ਨੂੰ 2 ਹਫ਼ਤੇ ਦਾ ਦਿੱਤਾ, ਚੀਫ ਸੈਕਟਰੀ ਨੂੰ ਇਹ ਕਹਿਤਾ ਕਿ ਤੂੰ ਇੰਸ਼ੋਰ ਕਰ ਕਿ ਜੋ ਸ਼ੈਡਿਊਲ ਤੁਸੀਂ ਪਹਿਲਾਂ ਦਿੱਤਾ ਸੀ 4.5 ਮਹੀਨੇ ਦਾ, ਉਸੇ ਟਾਈਮ ਲਾਈਨ ਦੇ ਅਨੁਸਾਰ ਤੂੰ ਕੰਮ ਕਰਾਏਗਾ। ਤੇ इससे पता लगता है कि कोर्ट इस मैटर कितनी सीरियस है। देखिए कोर्ट की सीरियसनेस इनका आखिरी पैरा 22 में आती है। कोर्ट हैज स्टेटेड चीफ सेक्रेटरी दिल्ली का सबसे बड़ा एग्जीक्यूटिव ऑफिसर होता है कि यू विल सबमिट बिफोर नेक्स्ट डेट ऑफ हियरिंग मिनट्स ऑफ मीटिंग, कि जो आप मिनट्स करेंगे अधिकारियों के साथ, क्योंकि चीफ सेक्रेटरी के नीचे हर एक अधिकारी आता है, दिल्ली सरकार के सारे अधिकारी इसके नीचे आते हैं, चाहे वो डायरेक्टरेट इलेक्टोरेट गुरुद्वारा हो, उनसे आप जो भी मीटिंग जिस चीज़ को जो डायरेक्शन देंगे उसके मिनट्स ऑफ मीटिंग आप कोर्ट में सबमिट करेंगे। तो इट इज़ ए वेरी वेरी डायरेक्टरी ऑर्डर, और जिसको वायलेट करना इस बार बहुत ही मुश्किल काम है। कोर्ट कह रही शैल इंश्योर, मैं तो इंश्योर भी कर रहा है इस गल क्या होएगा, टाइमली टाइम बाउंड पीरियड के अंदर होएगा। आगे लिखा है स्पेसिफिक टाइमलाइन, वेरी गुड ऑर्डर। ਸੈਕਟਰੀ ਨੂੰ चीफ सेक्रेटरी लिखा कि तू इस गल ਨੂੰ इंश्योर कर कि स्पेसिफिक टाइम लाइन ਜਿਹੜੀ ਤੁਸੀਂ ਦਿੱਤੀ ਹੈ ਖੁਦ 4.5 ਮਹੀਨੇ ਦੀ, ਉਹਦੇ ਅੰਦਰ ਹੀ ਕੰਮ ਹੋਏਗਾ। 22 सब तो लास्ट पैरा 46 के 46 वार्डों में होगा, ये नहीं कि कुछ वार्डों में हाँ करके 46 वार्ड होगा, तू इंश्योर कर इस गल ਨੂੰ। इसे ऐसा वेरी डिफिकल्ट। देखो चीफ सेक्रेटरी लेवल तक जब बात चली जाती है ना, तो आफ्टर सीएम, नहीं कर सकता फिर, हाँ जी, मंत्री कुछ नहीं कर सकता। मंत्री देखो तो चीफ सब सेक्रेटरी ਦੇ ਥੱਲੇ ਸਾਰੇ ਆਂਦੇ ਨੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ, मंत्री ਤੇ ਹੈ ਹੁਣ ਸਾਡੇ ਉੱਤੇ ਹੈਗਾ ਕਿ ਅਸੀਂ ਸੰਤਰੀ ਨੂੰ ਕਿਵੇਂ ਮਿਲਣਾ ਹੈ, ਮੰਤਰੀ ਨੂੰ ਕਿਵੇਂ ਮਿਲਣਾ ਹੈ, ਜਾਂ ਚੀਫ ਸੈਕਟਰੀ ਨੂੰ ਕਿਵੇਂ ਕੋਰਟ ਬੁਲਾਣਾ ਹੈ। ਡੋਂਟ ਵਰੀ। जी, थैंक यू सर। बहुत बहुत शुक्रिया। चलो भैया।